ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਦੇਸ਼ਾਂ ਦੇਸ਼ਾਂਤਰਾਂ 'ਚ ਰਟਨ ਕਰਦੇ ਤਾਰਦੇ ਹੋਏ ਸੱਚੇ ਨਾਮ ਦਾ ਉਪਦੇਸ਼ ਦਿੰਦੇ ਹੋਏ ਪਾਕ ਪਟਨ ਤੋਂ ਬਾਹਰ ਜਿੱਥੇ ਬੈਠੇ ਫਰੀਦ ਜੀ ਤਪ ਕਰ ਰਹੇ ਸਨ, ਉਸੇ ਜੰਗਲ ਵਿੱਚ ਥੋੜ੍ਹੇ ਜਿਹੇ ਫਾਸਲੇ ਉੱਪਰ ਗੁਰੂ ਜੀ ਆ ਕੇ ਬੈਠ ਗਏ। ਫਰੀਦ ਨੂੰ ਤਪ ਕਰਦਿਆਂ ਵੇਖ ਕੇ ਬੁਲਾਇਆ ਨਾ। ਇੱਕ ਸ਼ਾਹੂਕਾਰ ਦਾ ਨਿਯਮ ਸੀ ਜੋ ਪਹਿਲੀ ਰਾਤ ਫਰੀਦ ਜੀ ਨੂੰ ਦਾਲ ਫੁਲਕਾ ਛਕਾ ਜਾਂਦਾ ਸੀ ਅਤੇ 12 ਵਜੇ ਤੋਂ ਉਪਰੰਤ ਫਿਰ ਫਰੀਦ ਜੀ ਦੇ ਪਿਆਲੇ ਵਿੱਚ ਪਾਈਆ ਭਰ ਦੁੱਧ ਪਾ ਜਾਂਦਾ। ਔਰ ਰੋਜ਼ ਦੇ ਨਿਯਮ ਅਨੁਸਾਰ ਜਦ ਇੱਕ ਰਾਤ ਫਰੀਦ ਦੇ ਪਿਆਲੇ ਵਿੱਚ ਦੁੱਧ ਪਾ ਕੇ ਹਟਿਆ ਤਾਂ ਕੀ ਦੇਖਿਆ ਕਿ 3 ਫਕੀਰ ਹੋਰ ਵੀ ਲੰਮੇ ਪਏ ਨੇ। ਮਨ ਵਿੱਚ ਵਿਚਾਰਿਆ ਕਿ ਪਰਦੇਸੀ ਫਕੀਰ ਪੈਂਡਾ ਕਰਕੇ ਬਹੁਤ ਥੱਕੇ ਹੋਣਗੇ, ਪਤਾ ਨਹੀਂ ਫਿਰ ਮਿਲਾਪ ਹੋਵੇ ਕਿ ਨਾ ਹੋਵੇ, ਇਹਨਾਂ ਦੀ ਸੇਵਾ ਵੀ ਕਰ ਹੀ ਲਈਏ। ਇਸ ਤਰ੍ਹਾਂ ਦਾ ਵਿਚਾਰ ਕਰਦਾ ਹੋਇਆ ਵਾਪਸ ਘਰ ਜਾ ਕੇ ਉਹਨੇ ਇੱਕ ਗੜਵਾ ਦੁੱਧ ਦਾ ਭਰ ਕੇ ਉੱਪਰ ਛੰਨਾ ਰੱਖ ਕੇ 5 ਮੋਹਰਾਂ ਪਾ ਕੇ ਗੁਰੂ ਮਹਾਰਾਜ ਦੇ ਕੋਲ ਰੱਖਤਾ। ਜਿਸ ਵੇਲੇ ਫਰੀਦ ਜੀ ਦੀ ਸਮਾਧੀ ਖੁੱਲੀ ਤਾਂ ਪਹਿਲੇ ਦੁੱਧ ਪੀਤਾ। ਫਿਰ 3 ਫਕੀਰਾਂ ਲੰਮਾ ਪਿਆ ਦੇਖ ਕੇ ਹੰਕਾਰ ਆ ਗਿਆ ਕਿ ਸੁੱਤਿਆਂ ਹੋਇਆਂ ਨੂੰ ਕੀ ਮਿਲਣਾ, ਹਮੇਸ਼ਾ ਜਾਗਣ ਵਾਲਿਆਂ ਨੂੰ ਸਭ ਕੁਝ ਮਿਲਦਾ। ਇਸ ਤਰ੍ਹਾਂ ਹੰਕਾਰ ਆਉਣ 'ਤੇ ਫਰੀਦ ਜੀ ਨੇ ਤਰਕ ਮਾਰਦਿਆਂ ਸ਼ਲੋਕ ਉਚਾਰਿਆ। ਪਹਿਲੇ ਪਹਿਰੇ ਫੁੱਲੜਾ। ਰਾਤ ਦੇ ਪਹਿਲੇ ਪਹਿਰ ਵਿੱਚ ਜੋ ਜਾਗਦਾ ਉਹਨੂੰ ਦਾਲ ਸਬਜ਼ੀ ਫੁਲਕਾ ਮਿਲਦਾ। ਫਲ ਪੇ ਪੱਛਾ ਰਾਤ। ਜੋ ਪਿਛਲੀ ਰਾਤ ਉੱਠ ਕੇ ਰੱਬ ਦੀ ਬੰਦਗੀ ਕਰਦਾ ਉਹਨੂੰ ਫਲ ਤੋਂ ਭਾਵ ਦੁੱਧ ਆਦਿਕ ਚੰਗੇ ਚੰਗੇ ਪਦਾਰਥ ਮਿਲਦੇ ਨੇ। ਜੋ ਜਾਗਨ ਲਹਨ ਸੇ। ਜੋ ਖੁਦਾ ਦੀ ਬੰਦਗੀ ਵਿੱਚ ਜਾਗਦੇ ਨੇ ਸਾਈਂ ਕੰਨੋਂ ਦਾਤ। ਉਹੀ ਮਨੁੱਖ ਸਾਈਂ ਦੇ ਕੰਨੋਂ ਤੋਂ ਭਾਵ ਹੁੰਦਾ ਕੋਲੋਂ ਪਾਸੋਂ ਦਾਤਾਂ ਲੈ ਲੈਂਦੇ ਨੇ। ਜਦੋਂ ਇਸ ਤਰ੍ਹਾਂ ਦਾ ਸੂਖਮ ਜਿਹੇ ਹੰਕਾਰ ਦਾ ਬਚਨ ਕੀਤਾ ਤਾਂ ਹੰਕਾਰ ਦੀ ਨਿਵਰਤ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਇਸ ਪ੍ਰਕਾਰ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਭਾਵ ਅਰਥ ਪਹਿਲਾਂ ਦੱਸਦੇ ਨੇ ਫਿਰ ਅੰਤਰੀਵ ਦੱਸਣਗੇ। ਕਹਿੰਦੇ ਫਰੀਦ ਜੀ ਇਹ ਸਾਰੀਆਂ ਦਾਤਾਂ ਉਹ ਮਾਲਕ ਵਾਹਿਗੁਰੂ ਦੀਆਂ ਨੇ। ਉਹ ਪਰਮਾਤਮਾ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ। ਇੱਕ ਜਾਗੰਦੇ ਨਾ ਲਹਨ। ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਤੇਰੇ ਵਰਗੇ ਜਾਗਦੇ ਜਿਹੜੇ ਨੇ ਮਨ 'ਚ ਹੰਕਾਰ ਕਰ ਲਿਆ। ਹੰਕਾਰੀ ਪੁਰਸ਼ ਪਰਮਾਤਮਾ ਪਾਸੋਂ ਕੁਝ ਵੀ ਨਹੀਂ ਲੈ ਸਕਦੇ। ਜਿਨ੍ਹਾਂ ਉੱਤੇ ਉਹਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਇੱਕ ਨਾ ਸੁੱਤਿਆਂ ਹੋਇਆਂ ਨੂੰ ਉਠਾ ਕੇ ਵਾਹਿਗੁਰੂ ਦਾਤਾਂ ਦਿੰਦਾ। ਦੇਖ ਤੇਰੇ ਮਿੱਟੀ ਦੇ ਪਿਆਲੇ ਵਿੱਚ ਤਾਂ ਪਾਈਆ ਭਰ ਦੁੱਧ ਹੈ, ਸਾਡੇ ਪਾਸ ਦੁੱਧ ਦਾ ਗੜਵਾ 5 ਮੋਹਰਾਂ ਤੇ ਛੰਨੇ ਸਮੇਤ ਪਿਆ ਹੋਇਆ ਹੈ। ਇਸ ਕਰਕੇ ਫਕੀਰ ਸਾਈਂ ਜੀ ਹੰਕਾਰ ਨਹੀਂ ਕਰਨਾ ਚਾਹੀਦਾ। ਕਹਿਣ ਤੋਂ ਭਾਵ ਇਹਦਾ ਭਾਵ ਅਰਥ ਕੀ ਹੈ, ਜਿਸ ਤਰ੍ਹਾਂ ਦਰਖਤਾਂ ਨੂੰ ਪਹਿਲੇ ਫੁੱਲ ਤੇ ਪਿੱਛੋਂ ਫਲ ਲੱਗਦੇ ਨੇ, ਇਸੇ ਤਰ੍ਹਾਂ ਪਹਿਲੀ ਰਾਤ ਵਾਹਿਗੁਰੂ ਦਾ ਭਜਨ ਕਰਨਾ ਫੁੱਲ ਦੀ ਤਰ੍ਹਾਂ ਹੁੰਦਾ। ਫਿਰ ਪਿਛਲੀ ਰਾਤ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਭਜਨ ਕਰਨਾ ਹੈ ਇਹ ਫਲ ਵਾਂਗੂ ਹੁੰਦਾ। ਜਿਹੜੇ ਭਜਨ ਬੰਦਗੀ 'ਚ ਜਾਗਦੇ ਨੇ ਉਹੀ ਮਨੁੱਖ ਪਰਮਾਤਮਾ ਕੋਲੋਂ ਦਾਤਾਂ ਲੈਂਦੇ ਨੇ। ਸੋ ਇਸ ਤਰ੍ਹਾਂ ਫਰੀਦ ਜੀ ਪਾਸੋਂ ਸੁਣ ਕੇ ਮੁੜ ਫਰੀਦ ਜੀ ਨੂੰ ਸਮਝਾਉਂਦੇ ਹੋਏ ਕਹਿੰਦੇ ਇਹ ਫਕੀਰ ਸਾਈਂ ਸੁਣ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਕਹਿੰਦੇ ਨਾਮ ਸਿਮਰਨ ਗਿਆਨ ਵਿਰਾਗ ਇਹ ਸ਼ੁਭ ਗੁਣਾ ਰੂਪੀ ਦਾਤਾਂ ਸਾਹਿਬ ਦੀਆਂ ਨੇ ਸਾਰੀਆਂ। ਜੇ ਉਹ ਨਾ ਦੇਵੇ ਤਾਂ ਉਹ ਪਰਮਾਤਮਾ ਨਾਲ ਕਿਸੇ ਬੰਦੇ ਦਾ ਕੀ ਜ਼ੋਰ ਚੱਲ ਸਕਦਾ। ਜ਼ੋਰ ਨਾਲ ਨਹੀਂ ਆਪਾਂ ਇਹ ਚੀਜ਼ਾਂ ਲੈ ਸਕਦੇ ਵਾਹਿਗੁਰੂ ਤੋਂ। ਇੱਕ ਜਾਗੰਦੇ ਨਾ ਲਹਨ। ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਜਿਹੜੇ ਜਾਗਦੇ ਬੰਦੇ ਨੇ ਆਪਣੇ ਆਪ ਨੂੰ ਜਾਗਰਤ ਦਿਮਾਗ ਵਾਲੇ ਮੰਨਦੇ ਨੇ। ਕਹਿੰਦੇ ਫਲਾਨਾ ਬੜਾ ਰੌਸ਼ਨ ਦਿਮਾਗ ਹੈ, ਵੇਦ ਸ਼ਾਸਤਰ ਸਿਮਰਤੀਆਂ ਦੇ ਗਿਆਤੇ ਨੇ, ਉਹਨਾਂ ਦੇ ਟੀਕਾਕਾਰ ਨੇ। ਉਹ ਵਿਦਿਆ ਦੇ ਹੰਕਾਰ ਕਰਕੇ ਪਰਮਾਤਮਾ ਕੋਲੋਂ ਕੁਝ ਲੈ ਨਹੀਂ ਸਕਦੇ। ਅਤੇ ਇੱਕ ਸੁੱਤੇ ਹੋਏ ਜਿਹੜੇ ਅਨਪੜ੍ਹ ਬੰਦੇ ਪੁਰਸ਼ ਨੇ ਉਹਨਾਂ ਨੂੰ ਉਠਾਲ ਕੇ ਉਦਮ ਦੇ ਕੇ ਸ਼ੁਭ ਗੁਣਾ ਰੂਪ ਦਾਤਾਂ ਦੇ ਦਿੰਦਾ ਪਰਮਾਤਮਾ। ਦਾਤ ਹੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜ੍ਹੈ ਸਵਾਈ ਰਾਮ। ਪਾਰ ਬ੍ਰਹਮ ਖਸਮਾਨਾ ਕੀਆ, ਜਿਸ ਦੀ ਵੱਡੀ ਵਡਿਆਈ ਰਾਮ। ਸੋ ਜਿਵੇਂ ਕਥਾ ਕਿਤੇ ਵੀ ਹੋਵੇ, ਜਿਹੜੇ ਆਮ ਜਗਿਆਸੂ ਹੁੰਦੇ ਉਹ ਲਾਭ ਲੈ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਿਆਸ ਹੁੰਦੀ, ਚਾਹਨਾ ਹੁੰਦੀ ਹੈ
कि सानू कोई सिखावे, कोई दसे। पर जिहड़े विद्वान हुंदे ने, ਗਿਆਨੀ लोग हुंदे ने, ਜਿਹੜੇ ਕਹਿੰਦੇ मैं भी जानदा, ਉਹ ਨੁਕਸ ਕੱਢਦੇ ਰਹਿੰਦੇ ਹੁੰਦੇ ਨੇ। ਆਹ ਗੱਲ ਨਹੀਂ ਠੀਕ ਕਹੀ, ਇਹਨੂੰ ਆਉਂਦਾ ਹੀ ਕੁਛ ਨਹੀਂ, ਆਹ ਫਲਾਣੇ ਨੂੰ ਐ ਨਹੀਂ ਕਿਹਾ, ਆਹ ਗੱਲ ਐ ਨਹੀਂ। ਉਹ ਕੀੜੀ ਵਾਂਗੂ ਖੱਡਾ ਲੱਭ ਕੇ ਉੱਥੇ ਹੀ ਬੈਠ ਜਾਂਦੇ ਨੇ। ਉਹ ਪੂਰਨ ਤਰ੍ਹਾਂ ਲਾਭ ਨਹੀਂ ਲੈ ਸਕਦੇ। ਜਿਗਿਆਸੂ ਲਾਭ ਲੈ ਜਾਂਦਾ। ਭੋਲੇ ਭਾਅ ਜਿਹੜੇ ਬੰਦੇ ਸੁਣਦੇ ਨੇ, ਉਹ ਭਾਵਨਾ ਰੱਖ ਕੇ ਪ੍ਰੇਮ ਨਾਲ ਸਿਮਰਨ ਕਰਨ ਲੱਗ ਜਾਂਦੇ ਨੇ। ਉਹ ਸ਼ਹਿਦ ਦੀ ਮੱਖੀ ਵਾਂਗੂ ਰਸ ਲੈ ਜਾਂਦੇ ਨੇ ਵਿੱਚੋਂ। ਤੇ ਜਿਹੜੇ ਦੂਸਰੇ ਲੋਕ ਨੇ, ਉਹ ਕੰਡਿਆਂ ਨੂੰ ਤੇ ਕੜੱਤਣ ਵੱਲ ਨੂੰ ਹੀ ਦੇਖਦੇ ਰਹਿੰਦੇ ਨੇ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਕਾਂ, ਸਬਰ ਤੋਸਾ ਮਲਾਇਕਾਂ। ਮਹਾਰਾਜ ਕਹਿੰਦੇ ਸਾਧਕਾਂ ਤੋਂ ਭਾਵ ਜਗਿਆਸੂਆਂ ਨੂੰ ਜਿਹੜਾ ਸਿਦਕ ਹੁੰਦਾ ਭਰੋਸਾ, ਤੇ ਸਬੂਰੀ ਹੁੰਦਾ ਸੰਤੋਖ ਧਾਰਨਾ ਚਾਹੀਦਾ। ਰੱਬ ਦੇ ਪਿਆਰਿਆਂ ਨੇ ਜਿਨ੍ਹਾਂ ਨੇ ਭਗਤੀ ਕਰਨੀ ਹੈ, ਉਹਨਾਂ ਨੂੰ ਇੱਕ ਤਾਂ ਯਾਦ ਰੱਖੋ ਭਰੋਸਾ, ਤੇ ਦੂਸਰਾ ਸੰਤੋਖ ਅਤੇ ਮਲਾਇਕਾਂ। ਗਿਆਨਵਾਨਾਂ ਪਾਸ ਜਿਹੜਾ ਸਬਰ ਸੰਤੋਖ ਦਾ ਤੋਸਾ ਹੁੰਦਾ, ਖਰਚਾ ਹੋਣਾ ਚਾਹੀਦਾ। ਜੇ ਗਿਆਨਵਾਨ ਬੰਦੇ ਕੋਲ ਸਬਰ ਨਹੀਂ, ਸੰਤੋਖ ਨਹੀਂ, ਫਿਰ ਉਹ ਕੁਝ ਪ੍ਰਾਪਤ ਨਹੀਂ ਕਰ ਸਕਦਾ ਪਰਮਾਤਮਾ ਤੋਂ। ਦੀਦਾਰ ਪੂਰੇ ਪਾਇਸਾ, ਥਾਉ ਨਾਹੀ ਖਾਏਕਾ। ਇਸ ਤਰ੍ਹਾਂ ਉਹ ਪੂਰੇ ਪਰਮੇਸ਼ਰ ਦਾ ਜਿਹੜਾ ਦੀਦਾਰ ਦਰਸ਼ਨ ਪਾ ਲੈਂਦੇ ਨੇ। ਦੀਦਾਰ ਪੂਰੇ ਪਾਇਸਾ। ਅਤੇ ਜਿਹੜੇ ਖਾਇਕ ਹੁੰਦੇ ਨੇ, ਮੂਰਖ ਲੋਕ ਹੁੰਦੇ ਨੇ, ਉਹਨਾਂ ਨੂੰ ਸਰੂਪ ਰੂਪੀ ਥਾਂ ਨਹੀਂ ਮਿਲਦੀ। ਪੌੜੀ ਚੌਥੇ ਪਾਤਸ਼ਾਹ ਦੀ ਹੈ। ਪਹਿਲੇ ਪਾਤਸ਼ਾਹ ਦੇ 2 ਸ਼ਲੋਕ ਸ਼ਰਵਣ ਕੀਤੇ ਨੇ। ਸਭ ਆਪੇ ਤੁਧ ਪਾਏ ਕੈ, ਆਪ ਕਰੈ ਲਾਈ। ਇਹ ਅਕਾਲ ਪੁਰਖ ਵਾਹਿਗੁਰੂ, ਸਾਰੀ ਦੁਨੀਆ ਤੁਸੀਂ ਪਹਿਲਾਂ ਤਾਂ ਆਪ ਪੈਦਾ ਕੀਤੀ ਹੈ, ਫਿਰ ਤੁਸੀਂ ਹਰੇਕ ਨੂੰ ਉਹਦੇ ਕਰਮਾਂ ਮੁਤਾਬਕ ਧੰਦਿਆਂ 'ਚ ਲਾਤਾ, ਕੰਮਾਂ ਦੇ ਵਿੱਚ ਲਾਤਾ ਹੈ, ਜਿਹਾ ਜਿਹਾ ਕੋਈ ਕਰ ਸਕਦਾ ਹੈ। ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਆਪਣੀ ਵਡਿਆਈ ਇੱਛਾ ਅਨੁਸਾਰ ਵੇਖ ਕੇ ਤੂੰ ਆਪ ਹੀ ਵਿਗਸਦਾ, ਪ੍ਰਸੰਨ ਹੁੰਦਾ। ਹਰ ਤੁਧੋਂ ਬਾਹਰ ਕਿਛ ਨਾਹੀ, ਤੂੰ ਸੱਚਾ ਸਾਹੀ। ਹੇ ਹਰੀ, ਤੁਹਾਡੇ ਤੋਂ ਬਾਹਰ ਕੁਝ ਵੀ ਨਹੀਂ, ਤੁਸੀਂ ਸਾਰਿਆਂ ਦੇ ਸੱਚੇ ਮਾਲਕ ਹੋ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਹੀ। ਤੂੰ ਆਪਣੇ ਆਪ ਹੀ ਸਾਰਿਆਂ ਥਾਵਾਂ ਦੇ ਉੱਪਰ ਆਪ ਹੀ ਵਰਤ ਰਿਹਾ ਹੈ। ਹਰ ਤਿਸੈ ਤੇ ਆਵਹੁ ਸੰਤ ਜਨਹੁ, ਜੋ ਲੈ ਛਡਾਈ। ਕਹਿੰਦੇ ਸੰਤ ਜਨੋ ਹਰੀ ਨੂੰ ਧਿਆਉਣਾ ਕਰੋ, ਜਿਹੜਾ ਅੰਤਮ ਸਮੇਂ ਤੇ ਜਮਾਂ ਤੋਂ ਬਚਾ ਲੈਂਦਾ। ਸੋ ਇਸ ਤਰ੍ਹਾਂ ਜਿਹੜੀ ਵਾਰ ਦੇ ਚਾਲ ਹੁੰਦੀ ਹੈ, ਵਾਰ ਦੀ ਚਾਲ ਜਦੋਂ ਢਾਡੀ ਸਿੰਘ ਗਾਉਂਦੇ ਨੇ ਵਾਰ, ਉਹਦੇ 'ਚ ਵਾਰ ਦੀ ਇਹ ਚਾਲ ਹੈ। ਸੋ ਇਸ ਤਰ੍ਹਾਂ ਜਦੋਂ ਪੌੜੀ ਗਾਉਣੀ ਹੈ, ਆਸਾ ਦੀ ਵਾਰ ਗਾਉਂਦੇ ਨੇ, ਉਹਦੇ ਵਿੱਚ ਵੀ ਚਾਲ ਹੁੰਦੀ ਹੈ। ਸੋ ਜਦੋਂ ਆਪਾਂ ਸ਼ਰਵਣ ਕਰਦੇ ਹਾਂ ਵਾਰਾਂ, ਤਾਂ ਇਸੇ ਤਰ੍ਹਾਂ ਹੀ ਇਹ ਵਾਰ ਦੀ ਵੀ ਚਾਲ ਆਪਾਂ ਗਾਈ ਹੈ। ਸ਼ਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਹੁਣ ਕੋਈ ਜਾਤੀ ਅਭਿਮਾਨ ਕਰ ਲਵੇ ਮਨੁੱਖ, ਆਪਣੀ ਜਾਤ ਦਾ ਹੰਕਾਰ ਕਰ ਲਵੇ, ਉਹ ਬੜੀ ਕੋਈ ਤਾਰੀਫ ਕਰਦਾ, ਉਹਨੂੰ ਮਹਾਰਾਜ ਇਸ ਤਰ੍ਹਾਂ ਸਮਝਾਉਂਦੇ ਨੇ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਜਿਹੜਾ ਕੋਈ ਮਨੁੱਖ ਆਪਣੇ ਆਪ ਨੂੰ ਚੰਗਾ ਕਹਾਉਂਦਾ, ਕਿਵੇਂ? ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੈ, ਜਾਂ ਪਤ ਲੇਖੈ ਪਾਏ। ਜਿਹੜਾ ਕੋਈ ਬੰਦਾ ਆਪਣੇ ਆਪ ਨੂੰ ਚੰਗਾ ਕਹਾਉਂਦਾ ਹੈ, ਉਹਦੀ ਜਾਤੀ ਫੱਕੜ, ਖਰਾਬੜੀ ਹੈ ਬਸ। ਅਤੇ ਉਹਦਾ ਨਾਂ ਵੀ ਫੱਕੜ, ਫਜ਼ੂਲ ਹੀ ਹੈ। ਕਿਉਂਕਿ ਸਾਰਿਆਂ ਜੀਆਂ ਵਿੱਚ ਤਾਂ ਇੱਕ ਪਰਮੇਸ਼ਰ ਹੀ ਹੈ ਵਿਆਪਕ। ਸਭਨਾ ਜੀਆਂ ਇੱਕਾ ਛਾਉ। ਇਸ ਲਈ ਆਪਣੇ ਆਪ ਨੂੰ ਚੰਗਾ ਤੇ ਦੂਜਿਆਂ ਨੂੰ ਬੁਰਾ ਕਹਿਣਾ ਚੰਗਾ ਨਹੀਂ ਹੁੰਦਾ। ਇਹ ਠੀਕ ਗੱਲ ਨਹੀਂ ਮਹਾਰਾਜ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਸਿੱਖਿਆ ਦੇ ਰਹੇ ਨੇ ਆਪਾਂ ਨੂੰ। ਫਿਰ ਸਤਿਗੁਰੂ ਕਹਿੰਦੇ ਜਿਹੜਾ ਕੋਈ ਮਨੁੱਖ ਆਪਣੇ ਆਪ ਨੂੰ ਚੰਗਾ ਖਵਾਉਣਾ ਚਾਹੁੰਦਾ, ਉਹ ਜਾਤੀ ਅਭਿਮਾਨ ਤੋਂ ਫੱਕੜ ਫਾਰਗ ਹੋ ਜਾਵੇ, ਅਤੇ ਨਾਉ ਤੋਂ ਭਾਵ ਨਾਮ ਰੂਪ ਪ੍ਰਪੰਚ ਤੋਂ ਵੀ ਫਾਰਗ ਹੋ ਜਾਵੇ, ਇੱਕ ਪਾਸੇ ਹੋ ਜਾਓ ਫਿਰ। ਅਤੇ ਸਾਰਿਆਂ ਜੀਵਾਂ ਵਿੱਚ ਇੱਕ ਪਰਮੇਸ਼ਰ ਨੂੰ ਹੀ ਛਾਇਆ ਹੋਇਆ ਜਾਣ ਲਓ ਕਿ ਪਰਮੇਸ਼ਰ ਸਾਰਿਆਂ ਵਿੱਚ ਵਿਆਪਕ ਹੈ। ਨਾਨਕ ਤਾਂ ਪਰ ਜਾਪੈ, ਜਾਂ ਪਤ ਲੇਖੈ ਪਾਏ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਇਹ ਮਨੁੱਖ ਪਰ ਹੁੰਦਾ ਭਲੀ ਪ੍ਰਕਾਰ, ਤਾਂ ਹੀ ਚੰਗਾ ਜਾਪੈ ਤੋਂ ਭਾਵ ਜਾਣਿਆ ਜਾਂਦਾ ਹੈ। ਜਾਂ ਇਹ ਮਨੁੱਖ ਦੀ ਪਤ ਅਬਰੋ ਜਿਹੜੀ ਇੱਜ਼ਤ ਹੈ, ਪ੍ਰਮਾਤਮਾ ਆਪਣੇ ਲੇਖੇ ਵਿੱਚ ਪਾ ਲਵੇ। ਮਹੱਲਾ ਦੂਜਾ।
ਹੁਣ ਦੂਸਰੇ ਪਾਤਸ਼ਾਹ ਦਾ ਇੱਕ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਪਰਖ ਕੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਖਸ਼ੀ ਤਾਂ ਸਾਰੀ ਸੰਗਤ ਨੂੰ ਹੁਕਮ ਦਿੱਤਾ, ਜਿਹਨੇ ਸਾਡਾ ਦਰਸ਼ਨ ਕਰਨਾ ਹੋਵੇ ਉਹ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਕਰੋ। ਜਿਹਨੇ ਸਾਡੇ ਨਾਲ ਬਚਨ ਸੁਣਨੇ, ਸਾਡੇ ਕਰਨੇ ਬਚਨ, ਉਹ ਗੁਰੂ ਅੰਗਦ ਦੇਵ ਸਾਹਿਬ ਦੇ ਬਚਨ ਸੁਣੋ। ਜਿਹਨੇ ਸਾਡੀ ਸੇਵਾ ਕਰਨੀ ਹੋਵੇ ਉਹ ਗੁਰੂ ਅੰਗਦ ਦੇਵ ਦੀ ਸੇਵਾ ਕਰੇ। ਇਸ ਤਰ੍ਹਾਂ ਦੇ ਬਚਨ ਕਹਿ ਕੇ ਸਾਰੀ ਸੰਗਤ ਨੂੰ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਰੂਪ ਨਿਸ਼ਚੈ ਕਰਵਾ ਦਿੱਤਾ। ਕੁਝ ਸਮੇਂ ਬਾਅਦ ਫਿਰ ਹੁਕਮ ਦੇ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਖਡੂਰ ਸਾਹਿਬ ਭੇਜਤਾ ਕਿ ਤੁਸੀਂ ਉੱਥੇ ਰਹਿ ਕੇ ਸੰਗਤਾਂ ਨੂੰ ਨਿਹਾਲ ਕਰਨਾ, ਇੱਥੇ ਸਾਡੀ ਸੰਤਾਨ ਰਹੇਗੀ, ਤੁਸੀਂ ਇੱਥੇ ਨਹੀਂ ਰਹਿਣਾ, ਕਿਉਂਕਿ ਇੱਥੇ ਫਿਰ ਈਰਖਾ ਕਰਨਗੇ ਸਾਰੇ ਤੁਹਾਡੇ ਨਾਲ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵਿਛੜਨਾ ਨਹੀਂ ਸੀ ਚਾਹੁੰਦੇ, ਪਰ ਆਗਿਆ ਵੀ ਨਹੀਂ ਮੋੜ ਸਕਦੇ ਸੀ। ਇਸ ਕਰਕੇ ਆਗਿਆ ਦਾ ਪਾਲਨ ਕਰਦੇ ਹੋਏ ਖਡੂਰ ਸਾਹਿਬ ਚਲੇ ਗਏ। ਪਰ ਵਿਛੋੜੇ ਦੇ ਕਾਰਨ ਖਾਣਾ ਪੀਣਾ ਕੋਈ ਚੰਗਾ ਨਾ ਲੱਗੇ। ਮਨ ਵਿੱਚ ਬਹੁਤੀ ਉਦਾਸੀ ਆਉਣ ਦੇ ਕਾਰਨ ਮਾਤਾ ਜੀ ਨੂੰ ਸਮਝਾ ਕੇ ਆਪ ਕੋਠੇ ਦੇ ਅੰਦਰ ਸਮਾਧੀ ਲਾ ਕੇ ਬੰਦਗੀ ਵਿੱਚ ਜੁੜ ਗਏ। ਸੋ ਮਾਈ ਭਰਾਈ ਨੇ ਹੁਕਮ ਮੰਨ ਕੇ ਬਾਹਰੋਂ ਕੋਠਾ ਸਾਰਾ ਲਿਪ ਦਿੱਤਾ। ਦਰਵਾਜ਼ੇ ਦਾ ਪਤਾ ਹੀ ਨਾ ਲੱਗੇ ਕਿ ਦਰਵਾਜ਼ਾ ਕਿੱਧਰ ਹੈ, ਕਿਉਂਕਿ ਕੋਠੇ ਦਾ ਦਰਵਾਜ਼ਾ ਪੁੱਟ ਕੇ ਉੱਥੇ ਇੱਟਾਂ ਚਿਣ ਕੇ ਉੱਤੇ ਮਿੱਟੀ ਲਿਪਤੀ। ਬਾਰੀਆਂ ਕੱਢ ਕੇ, ਬਾਰੀਆਂ ਜੇ ਇੱਕ ਅੱਧੀ ਸੀਗੀ ਬਾਰੀ, ਉਹਦੇ ਉੱਤੇ ਕੱਚੀਆਂ ਇੱਟਾਂ ਚਿਣ ਕੇ ਉਹਦੇ ਉੱਤੇ ਮਿੱਟੀ ਲਿਪ ਕੇ ਚਾਰੇ ਪਾਸਿਓਂ ਦਰਵਾਜ਼ਾ ਰਹਿਣ ਹੀ ਨਾ ਦਿੱਤਾ ਕੋਈ। ਸਤਿਗੁਰੂ ਅੰਦਰ ਸਮਾਧੀ ਲੀਨ ਹੋ ਗਏ। ਜਦ ਸਮੇਂ ਦੇ ਅਨੁਸਾਰ 1596 ਅੱਸੂ ਬਦੀ 10ਵੀਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦ ਜੋਤੀ ਜੋਤ ਸਮਾ ਗਏ ਉੱਥੇ, ਤਾਂ ਬਾਅਦ ਵਿੱਚ ਸ਼ਰਧਾਲੂ ਸਿੱਖਾਂ ਨੇ ਵਿਆਕੁਲਤਾ 'ਚ ਆ ਕੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਗੁਰਤਾ ਗੱਦੀ ਬਖਸ਼ ਗਏ ਉਹ ਕਿੱਥੇ ਨੇ, ਸਾਨੂੰ ਦਰਸ਼ਨ ਤਾਂ ਕਰਾਓ, ਕੌਣ ਨੇ। ਬਹੁਤ ਸੰਗਤਾਂ ਬਾਅਦ ਵਿੱਚ ਆਈਆਂ ਤਾਂ ਬਾਬਾ ਜੀ ਨੇ ਕਿਹਾ ਉਹ ਤਾਂ ਖਡੂਰ ਸਾਹਿਬ 'ਚ ਨੇ, ਚਲੋ ਉੱਥੇ ਚੱਲ ਕੇ ਦਰਸ਼ਨ ਕਰਦੇ ਹਾਂ। ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਜੀ ਖਡੂਰ ਸਾਹਿਬ ਪਹੁੰਚੇ। ਬਹੁਤ ਲੱਭਿਆ, ਕਈਆਂ ਤੋਂ ਪੁੱਛਿਆ, ਪਰ ਪਤਾ ਨਾ ਲੱਗੇ ਕਿ ਗੁਰੂ ਸਾਹਿਬ ਜੀ ਕਿੱਥੇ ਨੇ। ਮਾਤਾ ਜੀ ਕੋਲੋਂ ਵੀ ਹੱਥ ਜੋੜ ਕੇ ਪੁੱਛਿਆ, ਪਰ ਉਹ ਜਵਾਬ ਹੀ ਨਾ ਦੇਣ, ਡਰਦੇ ਹੋਏ ਅੱਗਿਓਂ, ਉਹ ਦੱਸਣ ਹੀ ਨਾ, ਕਿਉਂਕਿ ਮਨਾ ਕੀਤਾ ਸੀ। ਅਖੀਰ ਸੰਗਤਾਂ ਦੀ ਬੇਬਲਤਾ ਦੇਖ ਕੇ ਵੀ ਸੰਗਤ ਹੁਣ ਬਹੁਤ ਕਾਹਲੀ ਪੈ ਗਈ ਵੀ ਤਾਂ ਦਰਸ਼ਨ ਕਰਨੇ ਨੇ, ਤੇ ਇਸ਼ਾਰਾ ਕਰ ਦਿੱਤਾ ਕਿ ਕੋਠੇ ਦੇ ਅੰਦਰ ਨੇ ਮਹਾਰਾਜ। ਉਸ ਵੇਲੇ ਮਿੱਟੀ ਲਾ ਕੇ ਦਰਵਾਜ਼ਾ ਖੋਲ ਕੇ ਬਾਬਾ ਜੀ, ਬਾਬਾ ਬੁੱਢਾ ਜੀ ਕਮਰੇ ਦੇ ਅੰਦਰ ਚਲੇ ਗਏ। ਗੁਰੂ ਸਾਹਿਬ ਸਮਾਧੀ 'ਚ ਡੋਲ ਬੈਠੇ, ਕੋਈ ਦੀਨ ਦੁਨੀਆ ਦਾ ਪਤਾ ਨਹੀਂ। ਉਸ ਵੇਲੇ ਸੁਗੰਧੀਆਂ ਤੇ ਮੱਖਣ ਮੰਗਵਾ ਕੇ, ਸੋ ਇਹ ਸਾਰੀਆਂ ਚੀਜ਼ਾਂ ਫਿਰ ਥੱਲੇ ਲਾਉਣ ਨੂੰ ਹੁੰਦੀਆਂ, ਬਿਰਤੀ, ਕਸਤੂਰੀ, ਕੇਸਰ, ਬਦਾਮ ਰੋਗਨ, ਮੱਖਣ, ਇਹ ਚਰਨਾਂ ਤੇ ਤਾਲੂਆਂ ਨੂੰ ਝੱਸਿਆ। ਝੱਸਦਿਆਂ ਜਦ ਦਸਮ ਦੁਆਰ ਤੋਂ ਪ੍ਰਾਣ ਉਤਰੇ ਮਹਾਰਾਜ ਦੇ, ਤਾਂ ਬਾਬਾ ਜੀ ਨੇ ਮੱਥਾ ਟੇਕ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਅੰਦਰ ਬੈਠਣ ਲਈ ਨਹੀਂ ਤੁਹਾਨੂੰ ਹੁਕਮ ਹੋਇਆ, ਤੁਹਾਨੂੰ ਤਾਂ ਪ੍ਰਚਾਰ ਵਾਸਤੇ ਗੁਰੂ ਨਾਨਕ ਸਾਹਿਬ ਨੇ ਅੱਗੇ ਗੱਦੀ ਤੇ ਬਿਰਾਜਮਾਨ ਕੀਤਾ। ਆਹ ਜਿਹੜੀਆਂ ਸੰਗਤਾਂ ਦੇਖੋ ਵਿਚਾਰੀਆਂ ਬਾਹਰ ਬੇਬਲ ਹੋਈਆਂ ਬੈਠੀਆਂ, ਆਹ ਦੇਖੋ ਇਹਨਾਂ ਦੇ ਅੱਖਾਂ 'ਚੋਂ ਅੱਥਰੂ ਜਾਈ ਜਾਂਦੇ ਨੇ, ਇਹ ਕਿੱਧਰ ਜਾਣ, ਤੁਸੀਂ ਤਾਂ ਬਰਾਗ ਵਿੱਚ ਆ ਕੇ ਅੰਦਰ ਬੈਠ ਗਏ। ਤਾਂ ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਹੀ ਕਮਜ਼ੋਰ ਹੋ ਚੁੱਕਿਆ ਸਰੀਰ, ਪਰ ਚਿਹਰਾ ਐ ਦਗ ਦਗ ਕਰਦਾ, ਲਾਲ ਸੁਰਖ ਚਿਹਰਾ, ਨਾਮ ਦਾ ਪ੍ਰਤਾਪ ਸੀ ਜਿੱਥੇ ਬਹੁਤ ਜ਼ਿਆਦਾ। ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਪਾਸ ਲੈ ਜਾਓ। ਅਵਸਥਾ 'ਚ ਹੀ ਬੋਲ ਗਏ ਬਚਨ। ਬਾਬਾ ਬੁੱਢਾ ਜੀ ਨੇ ਕਿਹਾ ਉਹ ਤਾਂ ਜੋਤੀ ਜੋਤ ਸਮਾ ਗਏ। ਇੰਨੀ ਗੱਲ ਸੁਣਦਿਆਂ ਸਾਰ ਅੱਖਾਂ 'ਚ ਜਲ ਆ ਗਿਆ ਅਤੇ ਇਸ ਤਰ੍ਹਾਂ ਬਚਨ ਪਹਿਲੀ ਵਾਰੀ ਗੁਰੂ ਅੰਗਦ ਦੇਵ ਮਹਾਰਾਜ ਨੇ, ਇਹ ਸਭ ਤੋਂ ਪਹਿਲੇ ਬਚਨ ਗੁਰੂ ਅੰਗਦ ਦੇਵ ਮਹਾਰਾਜ ਦੇ ਨੇ, ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲੀਐ। ਕਹਿੰਦੇ ਜਿਸ ਪਿਆਰੇ ਗੁਰੂ ਨਾਨਕ ਦੇਵ ਜੀ ਦੇ ਨਾਲ ਸਾਡਾ ਨੇਹ ਪ੍ਰੇਮ ਹੈ, ਉਹਨਾਂ ਤੋਂ ਆਗਿਆ ਭਾਵ ਪਹਿਲਾਂ ਹੀ ਸਾਨੂੰ ਮਰ ਕੇ ਚਲਿਆ ਜਾਣਾ ਚਾਹੀਦਾ ਸੀ ਦੁਨੀਆ 'ਚੋਂ। ਅਸੀਂ ਆਪਣੀ ਕੰਨੀ ਨਾ ਸੁਣਦੇ ਕਿ ਗੁਰੂ ਸਾਹਿਬ ਜੀ ਸੰਸਾਰ ਤੋਂ ਅਲੋਪ ਹੋ ਗਏ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਤਿਸ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜਾ ਜਿਉਣਾ ਸੰਸਾਰ 'ਚ, ਉਹ ਤਰਕਾਰ ਹੀ ਹੈ ਸਾਡਾ ਜਿਉਣਾ, ਬਾਅਦ 'ਚ ਤਾਂ ਕਾਹਦਾ ਜਿਉਣਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਬਚਨ ਕਰਦੇ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਏ। ਜਿਸ ਪਿਆਰੇ ਗੁਰੂ ਨਾਨਕ ਦੇਵ ਨਾਲ ਸਾਡਾ ਨੇਹੋ ਪ੍ਰੇਮ ਹੈ, ਤਿਸ ਆਗਿਆ, ਤਿਸ ਗੁਰੂ ਨਾਨਕ ਦੇਵ ਦੀ ਆਗਿਆ ਮੰਨਣ ਵਿੱਚ ਹੀ ਜੀਵਤ ਭਾਤ ਮਰ ਕੇ ਚੱਲਣਾ ਚਾਹੀਦਾ।
ਤ੍ਰਿਗ ਜੀਵਨ ਸੰਸਾਰ ਤਾਕੈ ਪਾਛਾ ਜੀਵਨਾ। ਉਹਨਾਂ ਗੁਰੂ ਨਾਨਕ ਦੇਵ ਦੀ ਆਗਿਆ ਨੂੰ ਉਲੰਘਣਾ ਕਰਕੇ ਜਿਹੜਾ ਪਿੱਛੋਂ ਜਿਉਣਾ ਹੈ, ਉਹ ਜਿਉਣੇ ਦੇ ਸੰਸਾਰ ਦੇ ਅੰਦਰ ਉਸ ਜਿਉਣੇ ਧਰਕਾਰ ਹੈ। ਜੇ ਆਗਿਆ ਮੰਨ ਕੇ ਜਿਉਏ ਤਾਂ ਠੀਕ ਹੈ, ਪਰ ਜੇ ਆਗਿਆ ਨਾ ਮੰਨੀ ਤਾਂ ਫਿਰ ਧਰਕਾਰ ਹੈ ਸਾਡਾ। ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੋਇਆ ਕਿ ਤੁਸਾਂ ਨੇ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਨਾ। ਇਸੇ ਹੁਕਮ ਅਨੁਸਾਰ ਬਾਹਰ ਆ ਕੇ ਸੰਗਤਾਂ ਨੂੰ ਫਿਰ ਦਰਸ਼ਨ ਦੇ ਕੇ ਉਪਦੇਸ਼ ਦੇ ਰਾਹੀਂ ਨਿਹਾਲ ਕੀਤਾ। ਇਸ ਤਰ੍ਹਾਂ ਹੁਣ ਅੱਗੇ ਗੁਰੂ ਰਾਮਦਾਸ ਮਹਾਰਾਜ ਦੀ ਪੌੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ। ਇਹ ਅਕਾਲ ਪੁਰਖ ਵਾਹਿਗੁਰੂ ਤੁਸਾਂ ਆਪ ਹੀ ਧਰਤੀ ਬਣਾਈ ਹੈ ਅਤੇ ਚੰਦਰਮਾ ਸੂਰਜ ਦੋ ਦੀਵੇ ਬਣਾਏ ਨੇ। 10 4 ਹੱਟ ਤੁਧ ਸਾਜਿਆ ਵਾਹ ਪਾਰ ਕਰੀਵੇ। 10 ਤੇ 4 14 ਲੋਕਾਂ ਨੇ ਤੁਸੀਂ ਹੱਟ ਬਣਾਏ ਨੇ। ਇਹਦੇ ਵਿੱਚ ਜੀਵ ਕਈ ਤਰ੍ਹਾਂ ਦੇ ਵਪਾਰ ਨੂੰ ਕਰਦੇ ਨੇ। ਅਥਵਾ ਕਹਿੰਦੇ ਤਾਂ ਉਹਦਾ ਆਪੇ ਧਰਤੀ ਸਾਜੀ ਹੈ ਚੰਦ ਸੂਰਜ ਦੋਏ ਦੀਵੇ। ਇਹ ਵਾਹਿਗੁਰੂ ਤੁਸਾਂ ਆਪ ਹੀ ਮਨੁੱਖਾ ਦੇਹ ਰੂਪੀ ਧਰਤੀ ਬਣਾਈ ਹੈ ਅਤੇ ਚੰਦ ਸੂਰਜੇ ਤੇ ਕਿਹੜੇ ਬਣਾਤੇ, ਖੱਬਾ ਤੇ ਸੱਜਾ ਨੇਤਰ, ਇਹ ਦੋਵੇਂ ਦੀਵੇ ਬਣਾਤੇ ਨੇ। ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਹੋਆ ਵਪਾਰ। ਇਸ ਕਰਕੇ ਸਤਿਗੁਰੂ ਕਹਿੰਦੇ 10 4 14 ਇੰਦਰੀਆਂ ਰੂਪੀ ਹੱਟ ਤੁਸਾਂ ਬਣਾਏ ਨੇ। ਇਸ ਵਿੱਚ ਸਾਰੇ ਜੀਵ ਕਰਮਾਂ ਦਾ ਵਪਾਰ ਕਰਦੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਤੁਸਾਂ ਆਪ ਨੇ ਸਤਸੰਗਤ ਰੂਪੀ ਧਰਤੀ ਬਣਾਈ ਹੈ। ਚੰਦ ਤੇ ਸੂਰਜ ਦੋ ਦੀਵੇ ਕਿਹੜੇ ਬਣਾਏ, ਵਿਰਾਗ ਤੇ ਗਿਆਨ। 10 ਤੇ 4 14 ਇੰਦਰੀਆਂ ਦੇ ਦਮਨ ਕਰਨੇ ਰੂਪ ਹੱਟ ਤੁਸਾਂ ਬਣਾਏ ਨੇ। ਇਸ ਵਿੱਚ ਸਾਰੇ ਗੁਰਮੁਖ ਸ਼ੁਭ ਗੁਣਾਂ ਦਾ ਵਪਾਰ ਕਰਦੇ ਨੇ। ਇਕ ਨਾ ਨੋ ਹਰ ਲਾਭ ਦੇ ਜੋ ਗੁਰਮੁਖ ਥੀਵੇ। ਹੇ ਹਰੀ, ਉਹਨਾਂ ਇਕਨਾਂ ਨੂੰ ਤੁਸੀਂ ਮਨੁੱਖ ਜਨਮ ਦਾ ਲਾਭ ਦਿੰਦੇ ਹੋ ਜੋ ਗੁਰਾਂ ਦੇ ਸਨਮੁਖ ਹੋ ਕੇ ਗੁਰਮੁਖ ਥੀਵੇ, ਭਾਵ ਗੁਰਮੁਖ ਹੋਏ ਨੇ, ਗੁਰਮੁਖ ਬਣੇ ਨੇ। ਤਿੰਨ ਜਮ ਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ। ਉਹਨਾਂ ਨੂੰ ਹੁਣ ਜਮ ਕਾਲ ਵਿਆਪਦਾ ਨਹੀਂ, ਉਹਨਾਂ ਨੂੰ ਜਨਮ ਮਰਨ ਦਾ ਦੁੱਖ ਲੱਗਦਾ ਨਹੀਂ ਜਿਨ੍ਹਾਂ ਨੇ ਸੱਚ ਨਾਮ ਰੂਪ ਅੰਮ੍ਰਿਤ ਪੀਤਾ। ਉਹ ਆਪ ਛੁਟੇ ਪਰਿਵਾਰ ਸਿਉ ਤਿਨ ਪਿਛੈ ਸਭ ਜਗਤ ਛੁਟੀਵੇ। ਉਹ ਆਪ ਸਾਰੇ ਪਰਿਵਾਰ ਸਮੇਤ ਸੰਸਾਰਕ ਬੰਧਨਾਂ ਤੋਂ ਛੁੱਟ ਗਏ ਨੇ। ਉਹਨਾਂ ਪਿੱਛੇ ਚੱਲ ਕੇ ਸਾਰਾ ਜੱਗ ਵੀ ਛੁੱਟ ਗਿਆ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿੰਨਿਆਂ ਦੀ ਨਾਲ ਹੀ ਛੁੱਟੀ ਕਰਾ ਲਈ ਆਪਣੇ। ਸ਼ਲੋਕ ਮਹੱਲਾ ਪਹਿਲਾ। ਗੁਰੂ ਸਾਹਿਬਾਂ ਦੀ ਸਿਫਤ ਸੁਣ ਕੇ ਇੱਕ ਕਾਜੀ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲੇ। ਕਹਿਣ ਲੱਗਿਆ ਆ ਕੇ ਕਿ ਉਮਤ ਜਿਹੜੀ ਹੈ ਸ੍ਰਿਸ਼ਟੀ ਕਿਹਦੇ ਪੈਦਾ ਕੀਤੀ ਹੈ ਜੀ, ਕਿਸ ਦੁਆਰਾ ਪੈਦਾ ਹੋਈ ਹੈ, ਇਹਦੇ ਵਿੱਚ ਵਸਦਾ ਕੌਣ ਹੈ। ਦੂਜੀ ਬੇਨਤੀ ਕੀਤੀ ਖੁਦਾ ਦੇ ਜੋ ਬੰਦੇ ਨੇ ਉਹਨਾਂ ਦੇ ਕੀ ਲੱਛਣ ਹੁੰਦੇ ਜੀ। ਤੀਸਰੀ ਬੇਨਤੀ ਕੀਤੀ ਖੁਦਾ ਦੀ ਕੀਮਤ ਕਿਸੇ ਨੇ ਪਾਈ ਹੈ ਕਿ ਨਹੀਂ ਪਾਈ ਅੱਜ ਤੱਕ। ਚੌਥੀ ਬੇਨਤੀ ਕੀਤੀ ਕਿ ਸ਼ਰਈ ਲੋਕ ਜਿਹੜੇ ਨੇ ਉਹ ਸ਼ਰਅ ਦਾ ਵਿਚਾਰ ਕਿਵੇਂ ਕਰਦੇ ਨੇ। ਇਸੇ ਪ੍ਰਕਾਰ ਪੰਜਵੀਂ ਬੇਨਤੀ 'ਚ ਕਹਿਣ ਲੱਗਿਆ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਈਦਾ। ਛੇਵੀਂ ਬੇਨਤੀ ਕੀਤੀ ਸਿਜਦਾ ਕਿਹੜਾ ਕਰੇ ਜਿਹਦੇ ਕੀਤਿਆਂ ਮਨ ਨੂੰ ਨਫਾ ਹੋਵੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 84 ਅੰਗ ਦੇ ਉੱਤੇ ਸ਼ਲੋਕ ਮਹੱਲਾ ਪਹਿਲਾ 'ਚ ਜਵਾਬ ਦਿੰਦੇ ਨੇ। ਪਹਿਲੇ ਪਾਤਸ਼ਾਹ ਸ਼ਲੋਕ ਹੈ ਕੁਦਰਤ ਕਰਕੇ ਵਸਿਆ ਸੋਏ। ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਕਿ ਕੁਦਰਤ ਜਿਹੜੀ ਹੈ ਨਾ, ਪ੍ਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ। ਕੁਦਰਤ ਦੇ ਦੁਆਰਾ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ, ਪਰ ਕੁਦਰਤ ਮਾਇਆ ਦੁਆਰੇ ਪੈਦਾ ਕੀਤੀ ਹੈ। ਪ੍ਰਮਾਤਮਾ ਨੇ ਕੀਤੀ ਤਾਂ ਆਪ ਹੀ ਹੈ। ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹ ਵਾਹਿਗੁਰੂ ਆਪ ਹੀ ਇਹਦੇ ਵਿੱਚ ਵਸ ਰਿਹਾ ਹੈ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੁਆਰਾ ਕਰਕੇ ਪੈਦਾ ਸੰਸਾਰ ਨੂੰ, ਫਿਰ ਇਹਦੇ ਵਿੱਚ ਆਪ ਬੈਠਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਵਕਤ ਵਿਚਾਰੇ ਸੋ ਬੰਦਾ ਹੋਏ। ਦੂਜੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਵੀ ਖੁਦਾ ਦੇ ਬੰਦੇ ਜੋ ਬੰਦੇ ਨੇ ਉਹਨਾਂ ਲੱਛਣ ਕੀ ਹੈ। ਮਹਾਰਾਜ ਕਹਿੰਦੇ ਜਿਹੜਾ ਬੰਦਾ ਆਪਣੇ ਸਮੇਂ ਨੂੰ ਵਿਚਾਰਦਾ ਹੈ ਕਿ ਇਸ ਅਮੋਲਕ ਮਨੁੱਖਾ ਜਨਮ ਨੇ ਬਾਰ-ਬਾਰ ਨਹੀਂ ਮਿਲਣਾ, ਇਸ ਦੁਆਰਾ ਜੋ ਨੇਕ ਕਮਾਈ ਕਰ ਲਵਾਂ ਉਹੀ ਚੰਗੀ। ਇਸ ਤਰ੍ਹਾਂ ਦੇ ਸ਼ੁਭ ਵਿਚਾਰ ਕਰਨ ਵਾਲਾ ਬੰਦਾ
ਮਨੁੱਖ ਉਹੀ ਅਸਲੀ ਪਰਮਾਤਮਾ ਦਾ ਬੰਦਾ ਗਿਣਿਆ ਜਾਂਦਾ, ਜਿਹੜਾ ਆਪਣੇ ਵਕਤ ਨੂੰ ਵਿਚਾਰਦਾ, ਅੰਮ੍ਰਿਤ ਵੇਲੇ ਨੂੰ ਵਿਚਾਰਦਾ ਵੀ ਅੰਮ੍ਰਿਤ ਵੇਲਾ ਫੇਰ ਨਹੀਂ ਆਉਣਾ। ਇੱਕ ਵਾਰ ਅੰਮ੍ਰਿਤ ਵੇਲਾ ਲੰਘ ਜੇ ਦੁਬਾਰਾ ਨਹੀਂ ਆਉਂਦਾ, ਹੁਣ ਤਾਂ ਦੂਜੇ ਦਿਨ ਹੀ ਆਉਣਾ ਇਹਨੇ। ਇਸੇ ਤਰ੍ਹਾਂ ਰਹਿ ਰਾਸ ਦਾ ਵੇਲਾ ਲੰਘ ਗਿਆ, ਫੇਰ ਨਹੀਂ ਆਉਂਦਾ। ਕੀਰਤਨ 16 ਨਾ ਪੜ੍ਹਿਆ, ਫਿਰ ਸਵੇਰੇ ਹੀ ਜਾ ਕੇ ਟਾਈਮ ਨਿਤਨੇਮ ਦਾ ਹੋ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਮਾਂ ਮਨੁੱਖਾ ਜਨਮ ਦਾ ਜਿਹਨੇ ਵਿਚਾਰ ਲਿਆ ਉਹ ਤਰ ਗਿਆ। ਕੁਦਰਤ ਹੈ ਕੀਮਤ ਨਹੀਂ ਪਾਏ, ਕਹਿੰਦੇ ਖੁਦਾ ਦੀ ਕੀਮਤ ਕਿਸੇ ਨੇ ਪਾਈ ਹੈ ਕਿ ਨਹੀਂ ਪਾਈ? ਕਹਿੰਦੇ ਕੁਦਰਤ ਵਾਲਾ ਜੋ ਵਾਹਿਗੁਰੂ ਆ ਉਹਦੀ ਕੀਮਤ ਕਿਸੇ ਨੇ ਅੱਜ ਤੱਕ ਪਾਈ ਨਹੀਂ ਹੈ। ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਜਾਂ ਉਸ ਦੀ ਪ੍ਰਾਪਤੀ ਰੂਪ ਕੀਮਤ ਨੂੰ ਜੇ ਪਾ ਵੀ ਲਵੇ ਤਾਂ ਵੀ ਉਹ ਸਮਗਰ ਰੂਪ 'ਚ ਕਥਨ ਨਹੀਂ ਕਰ ਸਕਦਾ, ਕਿਉਂਕਿ ਕਈ ਚੀਜ਼ਾਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਨਾਨਕ ਕਥਨਾ ਕਰੜਾ ਸਾਰ। ਜੇ ਆਪਾਂ ਕਹੀਏ ਕਿ ਮੈਂ ਕਥਨ ਕਰ ਦਿਆਂਗਾ, ਚਲੋ ਕਥਨ ਕਰਨ ਦਾ ਪਤਾ ਤਾਂ ਹੈ, ਪਰ ਉਹੋ ਜਿਹੇ ਅੱਖਰ ਹੀ ਨਹੀਂ ਹੈ ਸਾਡੇ ਕੋਲੇ। ਕਈ ਵਾਰੀ ਅੱਖਰ ਮੁੱਕ ਜਾਂਦੇ ਨੇ, ਬੰਦੇ ਕੋਲੋਂ ਜਦੋਂ ਅੱਖਰ ਮੁੱਕ ਜਾਣ ਤਾਂ ਉਹਦੀਆਂ ਅੱਖਾਂ 'ਚ ਅੱਥਰੂ ਆ ਜਾਂਦੇ ਨੇ। ਬੰਦੇ ਕੋਲੋਂ ਜੇ ਅੱਖਰ ਮੁੱਕ ਜਾਣ ਤਾਂ ਹੱਸ ਪੈਂਦਾ, ਕਿਉਂ ਅੱਗੇ ਅੱਖਰਾਂ ਤੋਂ ਅੱਗੇ ਫਿਰ ਹਾਸਾ ਤੇ ਰੋਣਾ ਹੀ ਰਹਿ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੈ ਸਰੀਅਤ ਕਰਹਿ ਵਿਚਾਰ। ਕਹਿੰਦੇ ਸਰਈ ਲੋਕਾਂ ਦਾ ਸ਼ਰ੍ਹਾ ਦਾ ਵਿਚਾਰ ਕਿਵੇਂ ਕਰਦੇ? ਜਿਹੜੇ ਸ਼ਰਈ ਲੋਕ ਨੇ, ਮਹਾਰਾਜ ਕਹਿੰਦੇ ਸ਼ਰਈ ਲੋਕ ਸ਼ਰੀਅਤ ਕਿਤਾਬ ਦੁਆਰਾ ਹੀ ਸ਼ਰ੍ਹਾ ਦਾ ਵਿਚਾਰ ਕਰਦੇ ਨੇ। ਬਿਨ ਬੂਝੇ ਕੈਸੇ ਪਾਵਹਿ ਪਾਰ। ਹੁਣ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਈਦਾ? ਸਤਿਗੁਰੂ ਕਹਿੰਦੇ ਸਿਧਾਂਤ ਦੇ ਬੁੱਝੇ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਣਾ ਪਾ ਸਕਦਾ? ਸਿਧਾਂਤ ਨੂੰ ਸਮਝੇ ਤਾਂ ਹੀ ਉਹ ਸੰਸਾਰ ਸਮੁੰਦਰ ਤੋਂ ਪਾਰ ਹੋਵੇਗਾ ਨਾ। ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਸੋ ਇਸ ਤਰ੍ਹਾਂ 6ਵੇਂ ਪ੍ਰਸ਼ਨ ਦਾ ਉੱਤਰ ਦਿੱਤਾ, ਸਿਜਦਾ ਕਿਹੜਾ ਕਰੇ? ਜਿਹਦੇ ਕੀਤਿਆਂ ਮਨ ਨੂੰ ਨਫਾ ਹੋਵੇ। ਮਹਾਰਾਜ ਕਹਿੰਦੇ ਪਰਮੇਸ਼ਰ ਉੱਤੇ ਜੋ ਸਿਦਕ ਭਰੋਸਾ ਕਰਨਾ ਇਹੀ ਸਿਜਦਾ ਕਰੇ। ਸਿਜਦਾ ਹੁੰਦਾ ਨਮਸਕਾਰ ਕਰਨੀ, ਮੱਥਾ ਟੇਕਣਾ। ਇਸ ਤਰ੍ਹਾਂ ਮਨ ਨੂੰ ਮਕਸੂਦ ਹੁੰਦਾ ਨਫਾ, ਲਾਭ ਲੈਣ ਵਾਲਾ ਕੰਮ ਕਰੇ ਕਿ ਪਰਮੇਸ਼ਰ ਨੂੰ ਮੱਥਾ ਟੇਕੇ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਮਹਾਰਾਜ ਕਹਿੰਦੇ ਮੱਥਾ ਟੇਕਣਾ ਤਾਂ ਪ੍ਰਮਾਤਮਾ ਨੂੰ ਟੇਕੋ। ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ। ਮੱਥਾ ਟੇਕਣਾ ਤਾਂ ਪ੍ਰਮਾਤਮਾ ਨੂੰ ਟੇਕੋ, ਉਸੇ ਨੂੰ ਨਮਸਕਾਰ ਕਰੋ। ਜੇ ਧਿਰ ਦੇਖਾਂ ਤੇ ਧਿਰ ਮੌਜੂਦ। ਜਿਹੜੇ ਪਾਸੇ ਦੇਖਦਾ ਉਸੇ ਪਾਸੇ ਪ੍ਰਮਾਤਮਾ ਪ੍ਰਗਟ ਹੀ ਪ੍ਰਗਟ ਹੈ। ਮਹੱਲਾ ਤੀਜਾ ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ। ਭਲੀ ਪ੍ਰਕਾਰ ਗੁਰਾਂ ਦਾ ਜਿਹੜਾ ਨਾ ਅਭ ਪ੍ਰਿਆਇ ਤਾਤ ਪਰਜ ਪ੍ਰੇਮ ਤੇ ਇਸ ਪ੍ਰਕਾਰ ਨਾਲ ਪ੍ਰੇਮ ਏਵ ਨਾ ਪਾਈਐ, ਇਸ ਪ੍ਰਕਾਰ ਨਹੀਂ ਪ੍ਰਾਪਤ ਕਰੀਦਾ। ਗੁਰ ਸਭਾ ਏਵ ਨਾ ਪਾਈਐ, ਨਾ ਨੇੜਾ ਰਹਿਣ ਵਾਲੇ ਅਤੇ ਨਾ ਹੀ ਦੂਰ ਰਹਿਣ ਨਾਲ। ਕਿਉਂਕਿ ਜੇ ਦੂਰ ਰਵੇ ਤਾਂ ਸੇਵਾ ਨਹੀਂ ਹੋ ਸਕਦੀ, ਜੇ ਨੇੜੇ ਰਵੇ ਤਾਂ ਕੋਈ ਨਾ ਕੋਈ ਦੂਸ਼ਣ ਰੋਪਣੇ ਰੂਪ ਅਵੱਗਿਆ ਹੋ ਜਾਂਦੀ ਹੈ। ਇਹਨਾਂ ਦੋਨਾਂ ਗੱਲਾਂ ਤੋਂ ਬਚਣਾ, ਕਿਉਂਕਿ ਮਨੁੱਖ ਦੀ ਆਦਤ ਕੀੜੀ ਵਾਂਗੂ ਖੱਡ ਲੱਭਣੀ। ਜਿਹੜੇ ਬੰਦੇ ਕੋਲ ਰਹਿੰਦੇ ਨੇ ਉਹ ਕੋਈ ਨਾ ਕੋਈ ਨੁਕਸ ਕੱਢਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਦੂਰ ਰਹਿੰਦੇ ਨੇ ਉਹ ਸੇਵਾ ਨਹੀਂ ਕਰ ਸਕਦੇ। ਇਸ ਕਰਕੇ ਸਤਿਗੁਰੂ ਕਹਿੰਦੇ ਦੋਨਾਂ ਚੀਜ਼ਾਂ ਤੋਂ ਹਮੇਸ਼ਾ ਬਚ ਕੇ ਰਹੋ। ਜੇ ਨੁਕਸ ਕੱਢਣੇ ਸ਼ੁਰੂ ਕਰਤੇ ਫਿਰ ਆਪਣੇ ਵਿੱਚ ਨੁਕਸ ਪੈਣੇ ਸ਼ੁਰੂ ਹੋ ਜਾਣਗੇ। ਕੋਈ ਨੁਕਸ ਨਾ ਰੋਪੋ, ਕੋਈ ਔਗਣ ਨਾ ਰੋ, ਕਿਉਂਕਿ ਆਪਾਂ ਨੂੰ ਗੁਰਾਂ ਦੀ ਸਮਝ ਹੀ ਨਹੀਂ। ਸਤਿਗੁਰੂ ਦੀ ਜਦੋਂ ਸਮਝ ਨਹੀਂ, ਬ੍ਰਹਮ ਗਿਆਨੀ ਦੀ ਸਮਝ ਨਹੀਂ। ਕਈ ਬ੍ਰਹਮ ਗਿਆਨੀ ਤੇ ਵੀ ਦੋਸ਼ ਲਾਉਣ ਲੱਗ ਜਾਂਦੇ ਨੇ, ਕੋਲ ਰਹਿਣ ਵਾਲੇ ਨੂੰ ਵੀ ਸੰਤਾਂ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਉਹ ਬਹੁਤ ਡੂੰਘੀ ਅਵਸਥਾ 'ਚ ਵਰਤਦੇ ਨੇ, ਜਦੋਂ ਆਮ ਬੰਦੇ ਨੂੰ ਸਮਝ ਹੀ ਨਹੀਂ ਲੱਗਦੀ ਕਿ ਕਰ ਕੀ ਰਹੇ ਨੇ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਸਤਿਗੁਰਾਂ ਦਾ ਜਿਹੜਾ ਤਾਤ ਪਰਜ ਹੈ, ਸਿਧਾਂਤ ਹੈ, ਤਾਂ ਮਿਲਦਾ ਜੇ ਮਨ ਕਰਕੇ ਸਤਿਗੁਰਾਂ ਦੇ ਕੋਲ ਰਹੇ। ਜਿੱਥੇ ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿ ਕੇ ਹਜ਼ੂਰੀ ਵਿੱਚ ਬਿਨਾਂ ਕਿਸੇ ਸ਼ੰਕਾ ਤੋਂ ਗੁਰਾਂ ਦੇ ਕੋਲ ਰਹੇ, ਪੂਰਨ ਗੁਰੂ ਜਾਣ ਕੇ। ਇਹ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਦੀ ਸਭਾ ਜਿਹੜੀ ਹੈ, ਸਾਧ ਸੰਗਤ ਹੈ, ਇਸ ਤਰ੍ਹਾਂ ਉਹਨਾਂ ਦਾ ਅਭ ਪ੍ਰਿਆਇ ਤਾਂ ਤਾਤ ਪਰਜ ਹੈ, ਸਿਧਾਂਤ ਹੈ, ਇਸ ਤਰ੍ਹਾਂ ਪ੍ਰਾਪਤ ਹੁੰਦਾ। ਹੁਣ ਚੌਥੇ ਪਾਤਸ਼ਾਹ ਦੀ ਪੌੜੀ ਹੈ। ਪੌੜੀ ਸਪਤਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ
10 ਅਸ਼ਟ ਪੁਰਾਣ, 7 ਦੀਪ ਨੇ, 7 ਸਮੁੰਦਰ ਨੇ, 9 ਖੰਡ, 4 ਵੇਦ, 10 ਅਸ਼ਟ ਪੁਰਾਣਾਂ ਤੋਂ ਭਾਵ 18 ਪੁਰਾਣ ਨੇ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ। ਇਹ ਵਾਹਿਗੁਰੂ ਇਹਨਾਂ ਸਾਰਿਆਂ ਵਿੱਚ ਤੂੰ ਆਪ ਹੀ ਵਰਤਦਾ ਹੈ। ਇਹ ਵਾਹਿਗੁਰੂ ਤੂੰ ਸਾਰਿਆਂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਸਭ ਤੁਝੈ ਧਿਆਵ ਹੈ ਜੀ ਜੰਤ, ਹਰ ਸਾਰੰਗ ਪਾਣਾ। ਇਹ ਵਾਹਿਗੁਰੂ ਸਾਰੇ ਜੀ ਜੰਤ ਤੈਨੂੰ ਇਸ ਤਰ੍ਹਾਂ ਧਿਆਉਂਦੇ ਨੇ ਜਿਵੇਂ ਸਾਰੰਗ ਜਿਹੜਾ ਬਪੀਹਾ ਹੁੰਦਾ ਹੈ ਨਾ, ਉਹ ਪਾਣੀ ਨੂੰ ਸਵਾਂਤੀ ਬੂੰਦ ਲਈ ਹਰ ਟਾਈਮ ਰੱਟ ਲਾਈ ਰੱਖਦਾ ਹੈ, ਪ੍ਰਿਓ 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 ਕਰਦਾ ਹੀ ਰਹਿੰਦਾ। ਜੋ ਗੁਰਮੁਖ ਹਰਿ ਆਰਾਧ ਦੇ ਤਿਨ ਹਉ ਕੁਰਬਾਨਾ। ਇਹ ਵਾਹਿਗੁਰੂ ਜਿਹੜੇ ਗੁਰਮੁਖ ਗੁਰਾਂ ਦੁਆਰੇ ਆਪ ਨੂੰ ਰਾਧਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਵਾਂ। ਤੂੰ ਆਪੇ ਆਪ ਵਰਤਦਾ ਕਰ ਜੋਜ ਵਿਡਾਣਾ। ਇਹ ਵਾਹਿਗੁਰੂ ਵਿਡਾਣਾ ਤੋਂ ਭਾਵ ਅਚਰਜ ਕੌਤਕ ਕਰਕੇ ਤੂੰ ਆਪੇ ਆਪ ਸਾਰੇ ਕਿਤੇ ਵਰਤ ਰਿਹਾ ਹੈ। ਹਰੇਕ ਜਗ੍ਹਾ ਦੇ ਉੱਤੇ ਆਪ ਜੀ ਵਿਆਪਕ ਹੋ।